ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਬੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਟਰੰਪ ਸਰਕਾਰ ਨੇ 2025 'ਚ 1 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ। ਵਿਦਿਆਰਥੀਆਂ, ਕਾਮਿਆਂ ਤੇ ਬਹੁਤ ਸਾਰੇ ਭਾਰਤੀਆਂ ਤੇ ਪਿਆ ਅਸਰ। 2026 ਦੇ ਪਹਿਲੇ 10 ਦਿਨਾਂ ਦੌਰਾਨ ਅਮਰੀਕੀ ਇਮੀਗ੍ਰੇਸ਼ਨ ਹਿਰਾਸਤ ਵਿੱਚ 4 ਪ੍ਰਵਾਸੀਆਂ ਦੀ ਮੌਤ। ਅਮਰੀਕਾ 'ਚ ਪ੍ਰਵਾਸੀਆਂ ਖਿਲਾਫ ਕਾਰਵਾਈ ਜਾਰੀ। ਅਮਰੀਕੀ ਕਾਨੂੰਨ ਸਾਜ਼ ਨੇ ਗ੍ਰੀਨਲੈਂਡ ਦੇ ਅਨੈਕਸੇਸ਼ਨ ਅਤੇ ਸਟੇਟ ਹਾਊਸ ਲਈ ਬਿੱਲ ਕੀਤਾ ਪੇਸ਼। ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੇ ਸਬੰਧ ਵਿੱਚ ਅਦਾਲਤ 'ਚ ਅਰਸਲਾਨ ਚੌਧਰੀ ਪੇਸ਼। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਮੇਂ ਆਪਣੇ ਟੈਰਿਫਾਂ ਬਾਰੇ ਹੋਏ ਹਨ ਚਿੰਤਿਤ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਸੰਯੁਕਤ ਰਾਜ ਅਮਰੀਕਾ ਨੇ 2025 ਵਿੱਚ 1 ਲੱਖ ਤੋਂ ਵੱਧ ਵੀਜ਼ੇ ਰੱਦ ਕੀਤੇ। ਇਹ ਹੁਣ ਤੱਕ ਦੀ ਸਭ ਤੋਂ ਵੱਧ ਸੰਖਿਆ ਹੈ ਅਤੇ ਟਰੰਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀ ਦਾ ਨਤੀਜਾ ਹੈ। ਇਸ ਵਿੱਚ ਲਗਭਗ 8000 ਵਿਦਿਆਰਥੀ ਵੀਜ਼ੇ ਅਤੇ 2500 ਵਿਸ਼ੇਸ਼ ਵਰਕ ਵੀਜ਼ੇ ਸ਼ਾਮਲ ਹਨ। ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਕਾਰਵਾਈ ਵਿਦੇਸ਼ੀ ਨਾਗਰਿਕਾਂ ਵਿਰੁੱਧ ਕੀਤੀ ਗਈ ਹੈ। ਟਰੰਪ ਪ੍ਰਸ਼ਾਸਨ ਨੇ ਇਸ ਨੂੰ ਆਪਣੀ ਅਮਰੀਕਾ ਫਸਟ ਨੀਤੀ ਦੇ ਹਿੱਸੇ ਵਜੋਂ ਦੱਸਿਆ। ਵਿਦੇਸ਼ ਵਿਭਾਗ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਕਿ ਅਸੀਂ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ਇਨ੍ਹਾਂ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣਾ ਜਾਰੀ ਰੱਖਾਂਗੇ। ਇਹ ਕਾਰਵਾਈ ਅਪਰਾਧ, ਵੀਜ਼ਾ ਓਵਰਸਟੇ ਅਤੇ ਜਨਤਕ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲਿਆਂ ਤੇ ਕੇਂਦਰਿਤ ਹੈ। 2025 ਵਿੱਚ ਰੱਦ ਕੀਤੇ ਗਏ ਵੀਜ਼ਿਆਂ ਦੀ ਗਿਣਤੀ 2024 ਦੇ ਮੁਕਾਬਲੇ ਦੁੱਗਣੀ ਤੋਂ ਵੀ ਵੱਧ ਹੋ ਗਈ। ਪਿਛਲੇ ਸਾਲ ਜੋ ਬਾਈਡਨ ਪ੍ਰਸ਼ਾਸਨ ਦੇ ਆਖਰੀ ਸਾਲ ਵਿੱਚ ਲਗਭਗ 40,000 ਵੀਜ਼ੇ ਰੱਦ ਕੀਤੇ ਗਏ ਸਨ। ਇੱਕ ਰਿਪੋਰਟ ਦੇ ਅਨੁਸਾਰ ਇਹ ਆંકੜਾ ਰਿਕਾਰਡ ਉੱਚੇ ਪੱਧਰ ਤੇ ਪਹੁੰਚ ਗਿਆ। ਟਰੰਪ ਦੇ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਜਨਵਰੀ 2025 ਵਿੱਚ ਸਖਤ ਜਾਂਚ ਸ਼ੁਰੂ ਹੋਈ ਹੈ। ਨਵੰਬਰ 2025 ਤੱਕ ਲਗਭਗ 80,000 ਵੀਜ਼ੇ ਰੱਦ ਕੀਤੇ ਗਏ ਸਨ। ਇਹ ਆંકੜਾ ਫਿਰ 1 ਲੱਖ ਤੋਂ ਵੱਧ ਹੋ ਗਿਆ। ਵਿਦੇਸ਼ ਵਿਭਾਗ ਦੇ ਮੁੱਖ ਉਪ ਬੁਲਾਰੇ ਟੋਮੀ ਪਿਗੋਟ ਨੇ ਕਿਹਾ ਕਿ ਇਹ ਟਰੰਪ ਪ੍ਰਸ਼ਾਸਨ ਦੀ ਹਮਲਾਵਰ ਨੀਤੀ ਦਾ ਨਤੀਜਾ ਹੈ। ਸੋ ਰੱਦ ਕੀਤੇ ਗਏ ਜ਼ਿਆਦਾਤਰ ਵੀਜ਼ੇ ਕਾਰੋਬਾਰੀ ਅਤੇ ਸੈਲਾਨੀ ਵੀਜ਼ੇ ਸਨ, ਜਿੱਥੇ ਲੋਕ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਠਹਿਰੇ ਸਨ। ਹਾਲਾਂਕਿ ਹਜ਼ਾਰਾਂ ਵਿਦਿਆਰਥੀ ਅਤੇ ਵਿਸ਼ੇਸ਼ ਵਰਕਰ ਵੀਜ਼ੇ ਵੀ ਰੱਦ ਕਰ ਦਿੱਤੇ ਗਏ ਸਨ। ਵਿਸ਼ੇਸ਼ ਵਰਕ ਵੀਜ਼ਾ ਮਾਮਲਿਆਂ ਵਿੱਚੋਂ ਅੱਧੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਯਾਨੀ ਕਿ DUI ਦੇ ਦੋਸ਼ ਵਿੱਚ ਸ਼ਾਮਲ ਸਨ। ਹੋਰ 30% ਵਿੱਚ ਹਮਲਾ, ਮਾਰ-ਕੁਟਾਈ ਜਾਂ ਕੈਦ ਸ਼ਾਮਲ ਸੀ। ਬਾਕੀ 20% ਵਿੱਚ ਚੋਰੀ, ਬੱਚਿਆਂ ਦੇ ਨਾਲ ਬਦਸਲੂਕੀ, ਨਸ਼ੀਲੇ ਪਦਾਰਥ, ਧੋਖਾਧੜੀ ਅਤੇ ਗਬਨ ਦੇ ਦੋਸ਼ ਸ਼ਾਮਲ ਸਨ। ਲਗਭਗ 500 ਵਿਦਿਆਰਥੀ ਵੀਜ਼ੇ ਨਸ਼ੀਲੇ ਪਦਾਰਥ ਰੱਖਣ ਅਤੇ ਵੰਡਣ ਦੇ ਲਈ ਰੱਦ ਕੀਤੇ ਗਏ ਸਨ। ਸੈਂਕੜੇ ਵਿਦੇਸ਼ੀ ਕਾਮਿਆਂ ਦੇ ਵੀਜ਼ੇ ਬੱਚਿਆਂ ਦੇ ਨਾਲ ਬਦਸਲੂਕੀ ਦੇ ਸ਼ੱਕ ਤੇ ਰੱਦ ਕੀਤੇ ਗਏ ਸਨ। ਟਰੰਪ ਪ੍ਰਸ਼ਾਸਨ ਨੇ ਨਿਰੰਤਰ ਉਡੀਕ ਕੇਂਦਰ ਸਥਾਪਿਤ ਕੀਤੇ ਹਨ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੰਯੁਕਤ ਰਾਜ ਵਿੱਚ ਹਰ ਵਿਦੇਸ਼ੀ ਨਾਗਰਿਕ ਕਾਨੂੰਨ ਦੀ ਪਾਲਣਾ ਕਰੇ। ਜੇਕਰ ਕੋਈ ਖਤਰਾ ਪੈਦਾ ਕਰਦਾ ਹੈ ਤਾਂ ਉਸ ਦਾ ਵੀਜ਼ਾ ਤੁਰੰਤ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਸਾਰੇ 55 ਮਿਲੀਅਨ ਵੈਧ ਵੀਜ਼ਾ ਧਾਰਕਾਂ ਦੀ ਸਮੀਖਿਆ ਅਗਸਤ 2025 ਵਿੱਚ ਸ਼ੁਰੂ ਹੋਈ। ਦਸੰਬਰ 2025 ਤੋਂ H1B ਅਤੇ H4 ਵੀਜ਼ਾ ਬਿਨੇਕਾਰਾਂ ਦੀ ਸੋਸ਼ਲ ਮੀਡੀਆ ਜਾਂਚ ਵਧਾ ਦਿੱਤੀ ਗਈ ਸੀ। ਭਾਰਤ ਵਿੱਚ ਬਹੁਤ ਸਾਰੇ H1B ਇੰਟਰਵਿਊ ਮੁਲਤਵੀ ਕਰ ਦਿੱਤੇ ਗਏ ਹਨ, ਜਿਸ ਕਾਰਨ ਲੋਕ ਮਹੀਨਿਆਂ ਤੱਕ ਫਸੇ ਰਹੇ। ਸਰਕਾਰੀ ਪ੍ਰੈਸ ਰਿਲੀਜ਼ ਦੇ ਅਨੁਸਾਰ 2026 ਦੇ ਪਹਿਲੇ 10 ਦਿਨਾਂ ਦੌਰਾਨ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਹਿਰਾਸਤ ਵਿੱਚ 4 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ, ਜੋ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਪਿਛਲੇ ਸਾਲ ਰਿਕਾਰਡ ਹਿਰਾਸਤ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਹੋਈ ਮੌਤ ਦਾ ਇੱਕ ਵੱਡਾ ਨੁਕਸਾਨ ਹੈ। ਸੋ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਅਨੁਸਾਰ ਮੌਤਾਂ ਦੇ ਵਿੱਚ ਹੋਂਡੂਰਸ ਦੇ 2 ਪ੍ਰਵਾਸੀ ਸ਼ਾਮਲ ਸਨ, ਇੱਕ ਕਿਊਬਾ ਤੋਂ ਅਤੇ ਦੂਜਾ ਕੰਬੋਡੀਆ ਤੋਂ, ਅਤੇ ਇਹ 3-9 ਜਨਵਰੀ ਦੇ ਵਿਚਕਾਰ ਹੋਈਆਂ। ਟਰੰਪ ਪ੍ਰਸ਼ਾਸਨ ਦਾ ਉਦੇਸ਼ ਦੇਸ਼ ਨਿਕਾਲੇ ਨੂੰ ਵਧਾਉਣਾ ਹੈ ਅਤੇ ਹਿਰਾਸਤ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। 7 ਜਨਵਰੀ ਤੱਕ ਆਈਸ ਦੇ ਆંકੜਿਆਂ ਤੋਂ ਪਤਾ ਚੱਲਿਆ ਕਿ ਏਜੰਸੀ 69,000 ਲੋਕਾਂ ਨੂੰ ਹਿਰਾਸਤ ਵਿੱਚ ਲੈ ਰਹੀ ਸੀ। ਪਿਛਲੇ ਸਾਲ ਅਮਰੀਕੀ ਕਾਂਗਰਸ ਦੁਆਰਾ ਪਾਸ ਕੀਤੇ ਗਏ ਇੱਕ ਵੱਡੇ ਆਈਸ ਫੰਡਿੰਗ ਨਿਵੇਸ਼ ਤੋਂ ਬਾਅਦ ਇਹ ਗਿਣਤੀ ਵਧਣ ਦੀ ਉਮੀਦ ਸੀ।
ਏਜੰਸੀ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 2025 ਵਿੱਚ ਆਈਸ ਹਿਰਾਸਤ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ, ਜੋ ਕਿ 2 ਦਹਾਕਿਆਂ ਵਿੱਚ ਸਭ ਤੋਂ ਵੱਧ ਪੱਧਰ ਹੈ। डिटेंशन वॉच नैटवर्क के एडवोकेसी डायरैक्टर ने मौतों की वड्डी गिनती नूं सचमुच हैरान करने वाला कहा और प्रशासन नूं नज़रबंदी केंद्रां नूं बंद करने की अपील की है। अमरीकी गृह सुरक्षा विभाग की बुलारन ट्रीसिया ने यह कहा कि मौतों की दर इतिहासक नियमां दे अनुसार रही है, क्योंकि नज़रबंदां की आबादी वधी है। जिवें जिवें बिस्तरियां की जगह वधी है, ਅਸੀਂ ਅਮਰੀਕੀ ਨਾਗਰਿਕਾਂ ਨੂੰ ਰੱਖਣ ਵਾਲੀਆਂ ਜ਼ਿਆਦਾਤਰ ਜੇਲ੍ਹਾਂ ਨਾਲੋਂ ਉੱਚ ਪੱਧਰ ਦੀ ਦੇਖਭਾਲ ਬਣਾਈ ਰੱਖੀ ਹੈ, ਜਿਸ ਵਿੱਚ ਸਹੀ ਡਾਕਟਰੀ ਦੇਖਭਾਲ ਤੱਕ ਪਹੁੰਚ ਪ੍ਰਦਾਨ ਕਰਨਾ ਸ਼ਾਮਲ ਹੈ। ਸੋ ਟ੍ਰੀਸੀਆ ਨੇ ਇਹ ਬਿਆਨ ਦਿੱਤਾ। ਕਿਊਬਾ ਦੇ ਬੰਦੀ ਲੂਨਸ ਕੈਂਪਸ 55 ਦੀ 3 ਜਨਵਰੀ ਨੂੰ ਕੈਂਪ ਈਸਟ ਮੋਟਾਨਾ ਵਿੱਚ ਮੌਤ ਹੋ ਗਈ, ਜੋ ਕਿ ਟਰੰਪ ਪ੍ਰਸ਼ਾਸਨ ਦੁਆਰਾ ਟੈਕਸਾਸ ਦੇ ਫੋਰਟ ਬਲਿਸ ਦੇ ਮੈਦਾਨ ਵਿੱਚ ਖੋਲਿਆ ਗਿਆ ਇੱਕ ਨਜ਼ਰਬੰਦੀ ਸਥਾਨ ਹੈ। ਆਈਸ ਨੇ ਕਿਹਾ ਕਿ ਉਹ ਲੂਨਾਸ ਦੀ ਮੌਤ ਦੀ ਜਾਂਚ ਕਰ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਉਹ ਵਿਗਣ ਪਾਉਣ ਵਾਲਾ ਹੋ ਗਿਆ ਸੀ ਅਤੇ ਉਸ ਨੂੰ ਇਕੱਲਤਾ ਵਿੱਚ ਰੱਖਿਆ ਗਿਆ ਸੀ, ਯਾਨੀ ਉਸ ਨੂੰ ਇਕੱਲੇ ਹੀ ਆਈਸੋਲੇਟ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਬਾਅਦ ਵਿੱਚ ਉਸ ਨੂੰ ਬਿਪਤਾ ਵਿੱਚ ਪਾਇਆ ਅਤੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨਸ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੋ ਆਈਸ ਨੇ ਵੀ ਕਿਹਾ ਕਿ 2 ਹੋਂਡੂਰਸ ਪੁਰਸ਼ ਲੂਇਸ ਗੁਸਤਾਵੋ ਅਤੇ ਇਸ ਤੋਂ ਇਲਾਵਾ ਲੂਇਸ ਬੈਲਟਰਾਨ ਦੋਨਾਂ ਦੀ ਮੌਤ ਕਰਮਵਾਰ 5 ਅਤੇ 6 ਜਨਵਰੀ ਨੂੰ ਹਿਊਸਟਨ ਅਤੇ ਇੰਡੀਓ ਕੈਲੀਫੋਰਨੀਆ ਦੇ ਜਗ੍ਹਾ ਤੇ ਹੋਈ ਹੈ। ਫੈਡਰਲ ਏਜੰਟਾਂ ਵੱਲੋਂ ਪ੍ਰਵਾਸੀਆਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ। ਇਮੀਗ੍ਰੇਸ਼ਨ ਅਧਿਕਾਰੀ ਵੱਲੋਂ ਰੇਨੀ ਗੁੱਡ ਨੂੰ ਗੋਲੀ ਮਾਰਨ ਮਗਰੋਂ ਮਿਨੀਸੋਟਾ 'ਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਫੈਡਰਲ ਏਜੰਟਾਂ ਨੇ ਪ੍ਰਦਰਸ਼ਨਕਾਰੀਆਂ ਤੇ ਸਪਰੇਅ ਕਰਨ ਮਗਰੋਂ ਇੱਕ ਵਿਅਕਤੀ ਨੂੰ ਘਰ ਅੰਦਰ ਦਾਖਲ ਹੋ ਕੇ ਕਾਬੂ ਕਰ ਲਿਆ। ਕਾਰਵਾਈ ਨੂੰ ਰੋਕਣ ਲਈ ਸੜਕਾਂ ਤੇ ਲੋਕਾਂ ਨੇ ਕਾਰਾਂ ਦੇ ਹੋਰਨ, ਡਰਮ ਅਤੇ ਸੀਟੀਆਂ ਜ਼ੋਰ-ਜ਼ੋਰ ਦੀ ਵਜਾਈਆਂ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਅਧਿਕਾਰੀ ਦੇ ਦਸਤਖਤ ਦੇ ਆਧਾਰ ਤੇ ਕਿਸੇ ਵਿਅਕਤੀ ਨੂੰ ਘਰ ਅੰਦਰ ਦਾਖਲ ਹੋ ਕੇ ਜਬਰੀ ਫੜਿਆ ਨਹੀਂ ਜਾ ਸਕਦਾ। ਪ੍ਰਵਾਸੀਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਗਰੁੱਪਾਂ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਉਦੋਂ ਤੱਕ ਨਾ ਖੋਲ੍ਹਣ ਦੀ ਅਪੀਲ ਕੀਤੀ ਹੈ ਜਦੋਂ ਤੱਕ ਕਿਸੇ ਜੱਜ ਦੇ ਦਸਤਖਤ ਹੇਠ ਅਦਾਲਤੀ ਹੁਕਮ ਜਾਰੀ ਨਹੀਂ ਹੁੰਦਾ। ਮਿਨੀਸੋਟਾ 'ਚ 2000 ਤੋਂ ਵੱਧ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਮਿਨੀਆਪੋਲਿਸ ਸਿਟੀ ਕੌਂਸਲ ਮੈਂਬਰ ਜੇਸਨ ਨੇ ਕਿਹਾ ਕਿ ਫੈਡਰਲ ਏਜੰਟ ਝੁੰਡਾਂ 'ਚ ਆ ਗਏ ਹਨ। ਮੈਕਸੀਕੋ ਪ੍ਰਵਾਸੀ ਦੇ ਪੁੱਤਰ ਸ਼ਾਵੇਜ਼ ਨੇ ਕਿਹਾ ਕਿ ਉਹ ਸੰਘੀ ਏਜੰਟਾਂ ਦੀਆਂ ਕਾਰਵਾਈਆਂ ਤੇ ਨਜ਼ਰ ਰੱਖ ਰਹੇ ਹਨ। ਮਿਨੀਆਪੋਲਿਸ ਮੇਅਰ ਜੈਕਬ ਫਰੇਦ ਅਤੇ ਸੈਨੇਟਰ ਟੀਨਾ ਸਮਿਥ ਨੇ ਕਿਹਾ ਕਿ ਫੈਡਰਲ ਸਰਕਾਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। रिपब्लिकन कांग्रेसमैन रैंडी फाइन ने रस्मी तौर पर ग्रीनलैंड एनेक्सेशन एंड स्टेटहुड एक्ट पेश किया, जो कि ट्रंप प्रशासन नूं ग्रीनलैंड लई विलेशन ਅਤੇ अंतम राज का दर्जा प्राप्त करने लई कानूनी अधिकार देने का उद्देश्य है। सो उन्होंने कहा, वड्डी खबर कि अज मैनू ग्रीनलैंड एनेक्सेशन एंड स्टेटहुड एक्ट पेश करन ते माण है। एक बिल जो राष्ट्रपति नूं ग्रीनलैंड नूं यूनीयन विच लियाउण दे लई जरूरी साधन लभण दी आग्या दिंदा है। इस ਤੋਂ ਇਲਾਵਾ ਉਹਨਾਂ ਨੇ ਇਸ ਨੂੰ ਇੱਕ ਐਕਸ ਦੀ ਪੋਸਟ ਵਿੱਚ ਕਿਹਾ। ਅੱਗੇ ਇਹ ਵੀ ਲਿਖਿਆ ਕਿ ਅਮਰੀਕਾ ਦੇ ਵਿਰੋਧੀ ਆਰਟਿਕ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ। ਉਹਨਾਂ ਨੇ ਦਾਅਵਾ ਕੀਤਾ ਕਿ ਇਹ ਉਪਾਅ ਆਰਕਟਿਕ ਵਿੱਚ ਚੀਨੀ ਅਤੇ ਰੂਸੀ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਮਹੱਤਵਪੂਰਨ ਹਨ। ਰਿਪਬਲਿਕਨ ਕਾਂਗਰਸਮੈਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਵਾਸ਼ਿੰਗਟਨ ਨੂੰ ਗ੍ਰੀਨਲੈਂਡ ਨੂੰ ਹਾਸਲ ਕਰਕੇ ਅਮਰੀਕੀ ਦਬਦਬਾ बहाल करने की लोड़ है। उसने कहा कि मेरा बिल इस दृष्टिकोण ਨੂੰ ਹਕੀਕਤ ਵਿੱਚ ਬਦਲਦਾ ਹੈ ਅਤੇ ਅਗਲੀ ਸਦੀ ਲਈ ਅਮਰੀਕਾ ਨੂੰ ਇੱਕ ਅਧਿਕਾਰਤ ਰਾਜ ਬਣਾ ਕੇ ਉੱਚਾ ਸਥਾਨ ਦੇਵੇਗਾ। ਚੀਨ ਅਤੇ ਰੂਸ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਆਰਕਟਿਕ ਖੇਤਰ ਵਿੱਚ ਸਾਡੀ ਪ੍ਰਭੂਸੱਤਾ ਤੇ ਰੁਕਾਵਟ ਪਾਉਣ ਦੇ ਦਿਨ ਖਤਮ ਹੋ ਗਏ ਹਨ। उन्होंने कहा कि कानून अमेरिका ਨੂੰ ग्रीनलैंड तो गलबात करन ਜਾਂ ਉਸ ਨੂੰ ਹਾਸਲ ਕਰਨ ਲਈ ਜੋ ਵੀ ਜ਼ਰੂਰੀ ਕਦਮ ਚੁੱਕਣ ਲਈ ਮਜ਼ਬੂਤ ਕਰੇਗਾ। ਸੋ ਇਸ ਤੋਂ ਪਹਿਲਾਂ ਵੀ ਵਾਈਟ ਹਾਊਸ ਨੇ ਕਿਹਾ ਸੀ ਕਿ ਟਰੰਪ ਦਾ ਮੰਨਣਾ ਹੈ ਕਿ ਅਮਰੀਕਾ ਨੂੰ ਵਿਰੋਧੀ ਸ਼ਕਤੀਆਂ ਦੇ ਪ੍ਰਭਾਵ ਹੇਠ ਆਉਣ ਤੋਂ ਰੋਕਣ ਲਈ ग्रीनलैंड ਨੂੰ ਹਾਸਲ ਕਰਨਾ ਚਾਹੀਦਾ ਹੈ। ਅਰਸਲਾਨ ਚੌਧਰੀ ਨੂੰ ਸਵੇਰੇ ਦੁਬਈ ਤੋਂ ਪਹੁੰਚਣ ਤੋਂ ਬਾਅਦ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਤੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦਾ ਦੋਸ਼ ਲੱਗਿਆ ਹੈ ਅਤੇ ਉਹ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੇ ਸਬੰਧ ਵਿੱਚ ਬਰੈਂਪਟਨ ਅਦਾਲਤ ਵਿੱਚ ਪੇਸ਼ ਹੋਵੇਗਾ। 17 ਅਪ੍ਰੈਲ 2023 ਨੂੰ ਸਵਿਟਜ਼ਰਲੈਂਡ ਤੋਂ 400 ਕਿਲੋ ਸੋਨਾ ਯਾਨੀ ਕਿ $20 ਮਿਲੀਅਨ ਦੀ ਕੀਮਤ
ਅਤੇ 2.5 ਬਿਲੀਅਨ ਡਾਲਰ ਦੀ ਨਕਦੀ ਦੀ ਇੱਕ ਕਾਰਗੋ ਸ਼ਿਪਮੈਂਟ ਆਈ ਸੀ, ਜਿਸ ਦੀ ਚੋਰੀ ਦੀ ਰਿਪੋਰਟ ਅਗਲੇ ਦਿਨ ਪੀਲ ਪੁਲਿਸ ਨੂੰ ਦਿੱਤੀ ਗਈ ਸੀ। ਪੀਲ ਪੁਲਿਸ ਨੇ ਸੋਨੇ ਅਤੇ ਨਕਦੀ ਚੋਰੀ ਦੇ ਸਬੰਧ ਵਿੱਚ 10 GTA ਨਿਵਾਸੀਆਂ ਦੀ ਪਛਾਣ ਕੀਤੀ ਹੈ ਅਤੇ ਉਹਨਾਂ ਤੇ ਦੋਸ਼ ਲਗਾਇਆ ਹੈ ਜਾਂ ਵਾਰੰਟ ਜਾਰੀ ਕੀਤੇ ਹਨ। ਸੋ 에ਅਰ ਕੈਨੇਡਾ ਦੀ ਸਾਬਕਾ ਕਰਮਚਾਰੀ ਸਿਮਰਨਪ੍ਰੀਤ ਪਨੇਸਰ ਅਜੇ ਵੀ ਫਰਾਰ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਭਾਰਤ ਵਿੱਚ ਹੈ। ਸ਼ੱਕੀਆਂ ਵਿੱਚ 에ਅਰ ਕੈਨੇਡਾ ਦੇ ਕਰਮਚਾਰੀ ਪਰਮਪਾਲ ਸਿੱਧੂ ਅਤੇ ਗਹਿਣਿਆਂ ਦੀ ਦੁਕਾਨ ਦੇ ਮਾਲਕ ਅਲੀ ਰਜ਼ਾ, ਅਮਿਤ ਜਲੋਟਾ ਅਤੇ ਅਮਾਂਦ ਚੌਧਰੀ ਸ਼ਾਮਲ ਹਨ। ਪਨੇਸਰ ਦੀ ਹਵਾਲਗੀ ਦੀ ਬੇਨਤੀ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸਾਦ ਲਈ ਗ੍ਰਿਫਤਾਰੀ ਵਾਰੰਟ ਸਰਗਰਮ ਹੈ। ਇਸ ਤੋਂ ਇਲਾਵਾ ਬਰੈਂਪਟਨ ਦੇ ਡੁਰਾਂਟੇ ਕਿੰਗ ਮੈਕਲਿਨ ਨੇ ਹਾਲ ਹੀ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਹਥਿਆਰਾਂ ਦੀ ਤਸਕਰੀ ਨਾਲ ਸੰਬੰਧਿਤ ਦੋਸ਼ਾਂ ਦਾ ਦੋਸ਼ੀ ਮੰਨਿਆ ਹੈ। ਉਸ ਨੂੰ ਨਿਆਂ ਦੀ ਸਾਹਮਣਾ ਕਰਨ ਲਈ ਕੈਨੇਡਾ ਲਿਆਂਦਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਮੇਂ ਆਪਣੇ ਟੈਰਿਫਾਂ ਬਾਰੇ ਚਿੰਤਿਤ ਹਨ। ਟਰੰਪ ਦੇ ਟੈਰਿਫਾਂ ਤੇ ਸੁਪਰੀਮ ਕੋਰਟ ਦਾ ਫੈਸਲਾ ਲੰਬਿਤ ਹੈ, ਪਰ ਜੇਕਰ ਫੈਸਲਾ ਅਮਰੀਕੀ ਸਰਕਾਰ ਦੇ ਪੱਖ ਵਿੱਚ ਨਹੀਂ ਆਉਂਦਾ ਤਾਂ ਟਰੰਪ ਪ੍ਰਸ਼ਾਸਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਜਨਵਰੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਜੇਕਰ ਸੁਪਰੀਮ ਕੋਰਟ ਇਹ ਫੈਸਲਾ ਦਿੰਦੀ ਹੈ ਕਿ ਅਮਰੀਕਾ ਨੂੰ ਇੰਨੇ ਉੱਚੇ ਟੈਰਿਫ ਲਗਾਉਣ ਦਾ ਅਧਿਕਾਰ ਨਹੀਂ ਹੈ ਤਾਂ ਸਾਡਾ ਦੇਸ਼ ਬਹੁਤ ਮੁਸ਼ਕਿਲ ਵਿੱਚ ਹੋਵੇਗਾ। ਟਰੰਪ ਨੇ ਅੱਗੇ ਕਿਹਾ, ਸਰਕਾਰ ਨੂੰ ਪਹਿਲਾਂ ਹੀ ਇਕੱਠੇ ਕੀਤੇ ਪੈਸੇ ਦੀ ਅਦਾਇਗੀ ਲਈ ਸੰਘਰਸ਼ ਕਰਨਾ ਪਵੇਗਾ। ਟੈਰਿਫਾਂ ਦਾ ਭੁਗਤਾਨ ਕਰਨ ਨਾਲ ਇੱਕ ਵੱਡੀ ਗੜਬੜ ਪੈਦਾ ਹੋਵੇਗੀ ਅਤੇ ਵਿਆਪਕ ਆਰਥਿਕ ਪ੍ਰਭਾਵ ਨੂੰ ਦੇਖਦੇ ਹੋਏ ਲਾਗਤ ਸੈਂਕੜੇ ਅਰਬ ਡਾਲਰ ਜਾਂ ਇੱਥੋਂ ਤੱਕ ਕਿ ਖਰਬਾਂ ਡਾਲਰ ਤੱਕ ਪਹੁੰਚ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਲਗਾਤਾਰ ਅਜਿਹੀਆਂ ਪੋਸਟਾਂ ਨਾਲ ਅਦਾਲਤ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਦੀਆਂ ਇੱਕ ਪਾਸੇ ਟੈਰਿਫ ਸ਼ਕਤੀਆਂ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ, ਜਿਸ ਤੇ ਅਜੇ ਵੀ ਸੁਪਰੀਮ ਕੋਰਟ ਵਿਚਾਰ ਕਰ ਰਹੀ ਹੈ। ਟਰੰਪ ਨੇ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਇਹ ਲਿਖਿਆ ਸੀ ਕਿ ਫੈਸਲਾ ਸਾਡੇ ਹੱਕ ਵਿੱਚ ਨਹੀਂ ਹੋ ਸਕਦਾ, ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਇੰਨੀ ਵੱਡੀ ਰਕਮ ਹੋਵੇਗੀ ਕਿ ਇਹ ਪਤਾ ਲਗਾਉਣਾ ਵਿੱਚ ਕਈ ਸਾਲ ਲੱਗ ਜਾਣਗੇ ਕਿ ਸਾਨੂੰ ਕਦੋਂ, ਕਿੱਥੇ ਤੇ ਕਿਸ ਨੂੰ ਕਿੰਨਾ ਭੁਗਤਾਨ ਕਰਨਾ ਪਵੇਗਾ। ਡੋਨਾਲਡ ਟਰੰਪ ਨੇ ਆਪਣੀ ਪੋਸਟ ਵਿੱਚ ਅੱਗੇ ਇਹ ਵੀ ਲਿਖਿਆ ਕਿ ਸਾਨੂੰ ਅਸਲ ਵਿੱਚ ਜੋ ਰਕਮ ਅਦਾ ਕਰਨੀ ਪਵੇਗੀ ਉਹ ਕਈ 100 ਅਰਬ ਡਾਲਰ ਹੋਵੇਗੀ। ਸਾਨੂੰ ਇਹ ਭੁਗਤਾਨ ਦੂਜੇ ਦੇਸ਼ਾਂ ਨੂੰ ਪੈਸੇ ਦੇ ਕੇ ਨਹੀਂ, ਸਗੋਂ ਉੱਥੇ ਨਿਵੇਸ਼ ਕਰਕੇ ਅਤੇ ਬਹੁਤ ਸਾਰੇ ਪਲਾਂਟ ਸਥਾਪਿਤ ਕਰਕੇ ਜਾਂ ਫੈਕਟਰੀਆਂ ਖੋਲ ਕੇ ਕਰਨਾ ਪਵੇਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇ ਕੋਈ ਵੀ ਦੇਸ਼ ਈਰਾਨ ਦੇ ਨਾਲ ਵਪਾਰ ਕਰਦਾ ਹੈ ਤਾਂ ਉਸ ਤੇ 25% ਟੈਕਸ ਲਗਾਇਆ ਜਾਵੇਗਾ। ਇਹ ਹੁਕਮ ਫੌਰੀ ਲਾਗੂ ਹੋ ਗਏ ਹਨ। ਟਰੰਪ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੱਸਿਆ ਕਿ ਜੋ ਵੀ ਦੇਸ਼ ਈਰਾਨ ਦੇ ਨਾਲ ਵਪਾਰ ਕਰੇਗਾ ਉਸ ਤੇ ਅਮਰੀਕਾ ਨਾਲ ਵਪਾਰ ਕਰਨ ਤੇ 25% ਟੈਰਿਫ ਲਗਾਇਆ ਜਾਵੇਗਾ। ਦੂਜੇ ਪਾਸੇ ਵਾਈਟ ਹਾਊਸ ਵੱਲੋਂ ਇਸ ਟੈਕਸ ਸੰਬੰਧੀ ਕੋਈ ਦਸਤਾਵੇਜ਼ ਜਾਰੀ ਨਹੀਂ ਕੀਤਾ ਗਿਆ। ਇਹ ਫੈਸਲਾ ਉਸ ਵੇਲੇ ਕੀਤਾ ਗਿਆ ਜਦੋਂ ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਹਨ ਤੇ ਲੋਕਾਂ ਦਾ ਗੁੱਸਾ ਸਰਕਾਰ ਖਿਲਾਫ ਵੱਧਦਾ ਹੀ ਜਾ ਰਿਹਾ ਹੈ। ਇਸ ਵੇਲੇ ਈਰਾਨ ਦੇ ਨਾਲ ਮੁੱਖ ਤੌਰ ਤੇ ਚੀਨ, ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਵਪਾਰ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਹਿੰਸਕ ਕਾਰਵਾਈ ਨੂੰ ਲੈ ਕੇ ਈਰਾਨ ਤੇ ਹਮਲਾ ਕਰਨ ਦੀ ਧਮਕੀ ਦੇਣ ਤੋਂ ਬਾਅਦ ਤਹਿਰਾਨ ਵਾਸ਼ਿੰਗਟਨ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ। ਟਰੰਪ ਦੀਆਂ ਇਹ ਟਿੱਪਣੀਆਂ ਅਜਿਹੇ ਮੌਕੇ ਆਈਆਂ ਸਨ ਜਦੋਂ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨਾਂ ਨੇ ਸੋਮਵਾਰ ਨੂੰ ਕਿਹਾ ਸੀ ਕਿ ਮਹਿੰਗਾਈ ਅਤੇ ਮੁਦਰਾ ਦੇ ਮੁੱਲ ਵਿੱਚ ਗਿਰਾਵਟ ਨੂੰ ਲੈ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 544 ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਅਮਰੀਕਾ ਵਿੱਚ ਸ਼ਰਾਬ ਤੇ ਪਾਬੰਦੀ ਲਾਉਣ ਦੀ ਤਿਆਰੀ 'ਚ ਹਨ। ਆਨਲਾਈਨ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਅਮਰੀਕਾ 'ਚ ਸ਼ਰਾਬ ਤੇ ਹਮੇਸ਼ਾ ਲਈ ਪਾਬੰਦੀ ਲਾਉਣਾ ਚਾਹੁੰਦੇ ਹਨ। ਉਹ 18ਵੀਂ ਸੋਧ ਨੂੰ ਮੁੜ ਲਾਗੂ ਕਰਨਾ ਚਾਹੁੰਦੇ ਹਨ ਅਤੇ ਪੂਰੀ ਤਰ੍ਹਾਂ ਸ਼ਰਾਬਬੰਦੀ ਵਾਪਸ ਲਿਆਉਣਾ ਚਾਹੁੰਦੇ ਹਨ। ਜੇਕਰ ਸ਼ਰਾਬ ਤੇ ਪਾਬੰਦੀ ਦਾ ਫੈਸਲਾ ਲਿਆ ਗਿਆ ਤਾਂ ਲੱਖਾਂ ਲੋਕ ਪ੍ਰਭਾਵਿਤ ਹੋਣਗੇ। ਇਹ ਮੈਸੇਜ ਉਹਨਾਂ ਦੇ ਜਾਣੇ ਪਛਾਣੇ ਆਲ ਕੈਪਸ ਯਾਨੀ ਕਿ ਵੱਡੇ ਅੱਖਰਾਂ ਵਾਲੇ ਅਤੇ ਬਿਨਾਂ ਫਿਲਟਰ ਵਾਲੇ ਸਟਾਈਲ ਵਿੱਚ ਲਿਖਿਆ ਗਿਆ। ਇਸ ਵਿੱਚ ਖਤਰਨਾਕ ਸ਼ਰਾਬੀਆਂ ਭਰੇ ਹੋਏ 12 ਡਿੱਗ ਰਹੀ ਉਤਪਾਦਕਤਾ ਅਤੇ ਇੱਕ ਅਜਿਹੀ ਪੀਣ ਵਾਲੇ ਸੱਭਿਆਚਾਰ ਦੇ ਖਿਲਾਫ ਗੱਲ ਕੀਤੀ ਗਈ ਜੋ ਪਰਿਵਾਰਾਂ ਅਤੇ ਕੰਮਕਾਜੀ ਸ਼ਕਤੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਹ ਪੋਸਟ ਤੇਜ਼ੀ ਨਾਲ ਵਾਇਰਲ ਅਤੇ ਕੁਝ ਹੀ ਘੰਟਿਆਂ ਵਿੱਚ ਇਸ ਦੇ ਸਕਰੀਨਸ਼ਾਟ ਨੂੰ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ ਤੇ ਕਈ ਲੋਕਾਂ ਨੇ ਇਸ ਤੇ ਰਿਐਕਸ਼ਨ ਦਿੱਤੇ ਹਨ। ਜ਼ਿਕਰਯੋਗ ਹੈ ਕਿ 1930 ਦੇ ਦਹਾਕੇ ਵਿੱਚ ਅਮਰੀਕਾ 'ਚ ਸ਼ਰਾਬਬੰਦੀ ਕਾਨੂੰਨ ਲਾਗੂ ਸੀ ਜੋ 1920 ਤੋਂ 1933 ਤੱਕ ਚੱਲਿਆ। ਇਸ ਕਾਨੂੰਨ ਦੇ ਤਹਿਤ ਸ਼ਰਾਬ ਦਾ ਉਤਪਾਦਨ, ਵਿਕਰੀ ਅਤੇ ਪੀਣ ਤੇ ਪੂਰੀ ਤਰ੍ਹਾਂ ਪਾਬੰਦੀ ਸੀ।
ਇਸ ਨੂੰ ਨੋਬਲ ਐਕਸਪੈਰੀਮੈਂਟ ਕਿਹਾ ਜਾਂਦਾ ਸੀ, ਪਰ ਇਹ ਅਪਰਾਧ ਅਤੇ ਬਲੈਕ ਮਾਰਕੀਟ ਨੂੰ ਉਤਸ਼ਾਹਿਤ ਕਰਨ ਵਾਲਾ ਸਾਬਿਤ ਹੋਇਆ ਸੀ। ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਪੁਲਿਸ ਨੇ ਪੰਜਾਬੀ ਮੂਲ ਦੇ 3 ਕੈਨੇਡੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ। ਉਹ ਇੱਕ ਵਾਹਨ ਚੋਰੀ ਦੇ ਗਿਰੋਹ ਵਿੱਚ ਸ਼ਾਮਲ ਸਨ। ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਟੀਮ ਨੇ ਇਸ ਕਾਰਵਾਈ ਵਿੱਚ 3 ਚੋਰੀ ਹੋਏ ਵਾਹਨ ਵੀ ਬਰਾਮਦ ਕੀਤੇ ਹਨ। ਦੋਸ਼ੀਆਂ ਦੀ ਪਛਾਣ ਅੰਮ੍ਰਿਤਪਾਲ ਖਟੜਾ, ਗੁਰਤਾਸ ਪੁੱਲਰ ਅਤੇ ਮਨਦੀਪ ਕੌਰ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਂਚ ਦਸੰਬਰ 2025 ਵਿੱਚ ਸ਼ੁਰੂ ਹੋਈ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਨੈਟਵਰਕ ਕਾਰ ਅਤੇ ਟਰੈਕਟਰ ਟ੍ਰੇਲਰ ਚੋਰੀਆਂ ਦੇ ਨਾਲ-ਨਾਲ ਵਾਹਨ ਧੋਖਾਧੜੀ ਵਿੱਚ ਵੀ ਸ਼ਾਮਲ ਸੀ। ਇਸ ਤੋਂ ਬਾਅਦ 8 ਜਨਵਰੀ 2026 ਨੂੰ ਪੁਲਿਸ ਨੇ ਸਰਚ ਵਾਰੰਟ ਤਹਿਤ ਬਰੈਂਪਟਨ ਵਿੱਚ ਇੱਕ ਘਰ ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਿਸ ਨੇ ਨਕਲੀ ਓਨਟਾਰੀਓ ਲਾਇਸੈਂਸ ਪਲੇਟਾਂ ਵਾਲੇ 3 ਚੋਰੀ ਹੋਏ ਵਾਹਨ ਬਰਾਮਦ ਕੀਤੇ ਸੀ। ਅੰਮ੍ਰਿਤਪਾਲ ਸਣੇ ਇਹਨਾਂ ਤਿੰਨਾਂ ਤੇ ਅਪਰਾਧ ਦੁਆਰਾ ਪ੍ਰਾਪਤ ਜਾਇਦਾਦ ਰੱਖਣ, ਫਰਜ਼ੀ ਪਛਾਣ ਚਿੰਨ੍ਹ ਰੱਖਣ ਦੇ 2 ਦੋਸ਼, ਰਿਹਾਈ ਅਤੇ ਪ੍ਰੋਬੇਸ਼ਨ ਆਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲਤਾ, ਵਾਹਨ ਚੋਰੀ ਦੀ ਕੋਸ਼ਿਸ਼, $5000 ਤੋਂ ਘੱਟ ਦੀ ਚੋਰੀ, ਚੋਰੀ ਦੇ ਸੰਦਾਂ ਦਾ ਕਬਜ਼ਾ, ਵਾਹਨ ਚੋਰੀ ਅਤੇ ਤੋੜ-ਫੋੜ ਕਰਕੇ ਦਾਖਲ ਹੋਣ ਦੇ ਦੋਸ਼ ਹਨ। ਗੁਰਤਾਸ ਪੁੱਲਰ ਤੇ ਵੀ ਕਈ ਦੋਸ਼ ਲਗਾਏ ਗਏ ਹਨ। ਉਸਦੇ ਵਾਹਨ ਚੋਰੀ ਦੀ ਕੋਸ਼ਿਸ਼, ਚੋਰੀ ਦੇ ਔਜ਼ਾਰ ਰੱਖਣ, ਰਿਹਾਈ ਦੇ ਹੁਕਮ ਦੀ ਉਲੰਘਣਾ, ਅਪਰਾਧ ਦੁਆਰਾ ਪ੍ਰਾਪਤ ਜਾਇਦਾਦ ਤੇ ਕਬਜ਼ਾ ਕਰਨ, ਵਾਹਨ ਚੋਰੀ ਕਰਨ ਅਤੇ ਘਰ ਤੋੜਨ ਦੇ ਦੋਸ਼ ਲਗਾਏ ਗਏ ਹਨ। ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਖਟੜਾ ਅਤੇ ਪੁੱਲਰ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ, ਜਦਕਿ ਕੌਰ ਨੂੰ ਕੁਝ ਸ਼ਰਤਾਂ ਨਾਲ ਰਿਹਾ ਕਰ ਦਿੱਤਾ ਗਿਆ ਸੀ। ਕੈਨੇਡਾ ਦੇ ਵਿੱਚ ਸੈਂਕੜੇ ਪੰਜਾਬੀ ਨੌਜਵਾਨ ਇੱਕ ਨਵੀਂ ਮੁਸ਼ਕਲ ਵਿੱਚ ਘਿਰਦੇ ਨਜ਼ਰ ਆ ਰਹੇ ਹਨ, ਜੋ ਨੇੜ ਭਵਿੱਖ ਵਿੱਚ ਰੋਜ਼ਗਾਰ ਤੋਂ ਵਾਂਝੇ ਹੋ ਜਾਣਗੇ ਅਤੇ ਆਰਥਿਕ ਔਂਕੜਾਂ ਦੇ ਨਾਲ-ਨਾਲ ਇਮੀਗ੍ਰੇਸ਼ਨ ਸਮੱਸਿਆਵਾਂ ਦਾ ਟਾਕਰਾ ਕਰਨਾ ਪੈ ਸਕਦਾ ਹੈ। ਜੀ ਹਾਂ, ਕੈਨੇਡਾ ਵਿੱਚ ਨਵੇਂ ਵਰ੍ਹੇ ਦੌਰਾਨ ਘੱਟੋ-ਘੱਟ 4000 ਰੈਸਟੋਰੈਂਟ ਬੰਦ ਹੋਣ ਦੀ ਪੇਸ਼ਨਗੋਈ ਕੀਤੀ ਗਈ ਹੈ ਅਤੇ ਇੱਥੇ ਕੰਮ ਕਰਨ ਵਾਲਿਆਂ ਨੂੰ ਨਵੀਆਂ ਨੌਕਰੀਆਂ ਤਲਾਸ਼ ਕਰਨੀਆਂ ਹੋਣਗੀਆਂ। ਡਲਹੌਜ਼ੀ ਯੂਨੀਵਰਸਿਟੀ ਦੇ ਤਾਜ਼ਾ ਸਰਵੇਖਣ ਦੇ ਮੁਤਾਬਕ ਮਹਿੰਗਾਈ ਤੋਂ ਤੰਗ ਆਏ ਲੋਕਾਂ ਨੇ ਘਰੋਂ ਬਾਹਰ ਖਾਣ ਦੀ ਆਦਤ ਘਟਾ ਦਿੱਤੀ ਅਤੇ ਗਾਹਕਾਂ ਦੀ ਕਮੀ ਦੇ ਮੱਦੇਨਜ਼ਰ ਰੈਸਟੋਰੈਂਟ ਮਾਲਕ ਆਪਣਾ ਕੰਮਕਾਜ ਸਮੇਟਣ ਲਈ ਮਜਬੂਰ ਹੋ ਰਹੇ ਹਨ। ਡਲਹੌਜ਼ੀ ਯੂਨੀਵਰਸਿਟੀ ਦੀ ਐਗਰੀ ਫੂਡ ਐਨਾਲਿਟਿਕਸ ਲੈਬ ਦੇ ਡਾਇਰੈਕਟਰ ਨੇ ਦੱਸਿਆ ਕਿ ਪਿਛਲੇ ਸਾਲ 7000 ਰੈਸਟੋਰੈਂਟਸ ਦੇ ਦਰਵਾਜ਼ੇ ਬੰਦ ਹੋਏ ਅਤੇ ਮੌਜੂਦਾ ਵਰ੍ਹੇ ਦੌਰਾਨ ਆંકੜਾ 4000 ਦੇ ਨੇੜੇ-ਤੇੜੇ ਰਹਿ ਸਕਦਾ ਹੈ। ਉਧਰ ਰੈਸਟੋਰੈਂਟਸ ਕੈਨੇਡਾ ਨੇ ਇਹ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ, ਕਿਰਾਇਆ ਅਤੇ ਬੀਮੇ ਦਾ ਖਰਚਾ ਕੱਢਣਾ ਔਖਾ ਹੋ ਗਿਆ ਹੈ। 40% ਤੋਂ ਵੱਧ ਰੈਸਟੋਰੈਂਟ ਘਾਟੇ ਵਿੱਚ ਚੱਲ ਰਹੇ ਹਨ ਜਾਂ ਸਿਰਫ ਖਰਚਾ ਹੀ ਪੂਰਾ ਹੋ ਰਿਹਾ ਅਤੇ ਮੁਨਾਫੇ ਦਾ ਨਾਮੋ ਨਿਸ਼ਾਨ ਨਜ਼ਰ ਨਹੀਂ ਆਉਂਦਾ। ਪਰ ਦੂਜੇ ਪਾਸੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਪਕਵਾਨਾਂ ਦੀਆਂ ਕੀਮਤਾਂ ਵਿੱਚ ਬਹੁਤਾ ਵਾਧਾ ਨਹੀਂ ਕੀਤਾ ਜਾ ਸਕਦਾ। ਕਿਸੇ ਵੇਲੇ ਰੈਸਟੋਰੈਂਟਸ ਵਿੱਚ ਖੁੱਲ੍ਹ ਕੇ ਖਰਚਾ ਕਰਨ ਵਾਲੇ ਕੈਨੇਡੀਅਨਸ ਨੇ ਹੁਣ ਹੱਥ ਘੁੱਟ ਲਿਆ ਹੈ, ਜਿਸ ਦਾ ਸਿੱਧਾ ਅਸਰ ਰੈਸਟੋਰੈਂਟ ਇੰਡਸਟਰੀ ਉੱਤੇ ਪੈ ਰਿਹਾ ਹੈ। ਇੱਥੇ ਦੱਸਣਾ ਬੰਦ ਹੈ ਕਿ 14 ਦਸੰਬਰ 2024 ਤੋਂ 15 ਫਰਵਰੀ 2025 ਦਰਮਿਆਨ ਓਨਟਾਰੀਓ ਦੇ ਲੋਕਾਂ ਨੂੰ ਰੈਸਟੋਰੈਂਟਸ ਵਿੱਚ ਲੱਗਣ ਵਾਲੇ GST, HST ਟੈਕਸ ਤੋਂ ਰਾਹਤ ਮਿਲੀ ਤਾਂ ਗਾਹਕਾਂ ਦੀ ਗਿਣਤੀ ਵਿੱਚ ਵਾਧਾ ਜ਼ਰੂਰ ਹੋਇਆ। ਰੈਸਟੋਰੈਂਟਸ ਕੈਨੇਡਾ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਫਸਰ ਕੈਲੀ ਹਿੰਗਸਨ ਨੇ ਟੈਕਸਾਂ ਵਿੱਚ ਰਿਆਇਤ ਪੱਕੇ ਤੌਰ ਤੇ ਲਾਗੂ ਕਰਨ ਦੀ ਆਵਾਜ਼ ਉਠਾਈ ਗਈ ਹੈ। ਉਹਨਾਂ ਨੇ ਕਿਹਾ ਕਿ ਜਦੋਂ ਅਫੋਰਡੇਬਿਲਿਟੀ ਦਾ ਮੁੱਦਾ ਗੁੰਝਲਦਾਰ ਹੋ ਗਿਆ ਹੈ ਤਾਂ ਖੁਰਾਕੀ ਵਸਤਾਂ ਤੋਂ ਟੈਕਸ ਹਟ ਜਾਣਾ ਚਾਹੀਦਾ ਹੈ। ਹਿੰਗਸਨ ਨੇ ਸਵਾਲ ਉਠਾਇਆ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਟੈਕਸ ਕਿਉਂ ਵਸੂਲ ਕੀਤਾ ਜਾ ਰਿਹਾ ਹੈ। ਇਹ ਬੇहद ਨਿਕੰਮੀ ਸਰਕਾਰੀ ਨੀਤੀ ਮੰਨੀ ਜਾ ਸਕਦੀ ਹੈ। ਉਧਰ CTV ਦੀ ਰਿਪੋਰਟ ਮੁਤਾਬਕ ਸਿਲਵੈਨ ਚਾਲਬੋਇਸ ਨੇ ਵੀ ਖੁਰਾਕੀ ਵਸਤਾਂ ਉੱਤੇ ਲਾਗੂ ਟੈਕਸ ਹਟਾਏ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ। ਉਹਨਾਂ ਨੇ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਰੈਸਟੋਰੈਂਟਸ ਵਿੱਚ ਸ਼ਰਾਬ ਜਾਂ ਵਾਈਨ ਦੀ ਵਿਕਰੀ ਘਟ ਰਹੀ ਹੈ, ਪਰ ਇਸ ਦੇ ਨਾਲ ਹੀ ਸ਼ਰਾਬ ਦੇ ਠੇਕਿਆਂ ਤੇ ਹੋਣ ਵਾਲੀ ਵਿਕਰੀ ਵਿੱਚ ਲੰਘੇ ਅਕਤੂਬਰ ਮਹੀਨੇ ਦੌਰਾਨ 10.6% ਕਮੀ ਦਰਜ ਕੀਤੀ ਗਈ। ਚਾਰਲਸ ਬੋਇਸ ਨੇ ਰੈਸਟੋਰੈਂਟਸ ਵਿੱਚ ਗਾਹਕਾਂ ਦੀ ਗਿਣਤੀ ਘਟਣ ਵਿੱਚ ਪਿੱਛੇ ਟਿਪ ਨੂੰ ਵੀ ਜ਼ਿੰਮੇਦਾਰ ਠਹਿਰਾਇਆ। ਉਹਨਾਂ ਨੇ ਕਿਹਾ ਕਿ ਕਿਸੇ ਰੈਸਟੋਰੈਂਟ ਵਿੱਚ ਬੈਠ ਕੇ ਖਾਣ ਵਾਲਿਆਂ ਤੋਂ ਟਿਪ ਮੰਗੀ ਜਾਵੇ ਤਾਂ ਜਾਇਜ਼ ਮੰਨਿਆ ਜਾ ਸਕਦਾ ਹੈ, ਪਰ ਫਾਸਟ ਫੂਡ ਆਊਟਲੈਟਸ ਦੇ ਕਾਊਂਟਰ ਤੋਂ ਬਾਹਰ ਆਰਡਰ ਲੈ ਜਾਣ ਵਾਲੇ ਗਾਹਕਾਂ ਤੋਂ ਵੀ ਟਿਪ ਮੰਗੀ ਜਾਂਦੀ ਹੈ। ਦੱਸ ਦਈਏ ਕਿ ਕੈਨੇਡਾ ਵਿੱਚ ਦਸੰਬਰ ਮਹੀਨੇ ਦੌਰਾਨ 8200 ਨਵੀਆਂ ਨੌਕਰੀਆਂ ਪੈਦਾ ਹੋਈਆਂ, ਪਰ ਰੋਜ਼ਗਾਰ ਦੀ ਭਾਲ ਵਿੱਚ ਨਿਕਲਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬੇਰੁਜ਼ਗਾਰੀ ਦਰ ਮਾਮੂਲੀ ਵਾਧੇ ਨਾਲ 6.8% ਹੋ ਗਈ। ਈਰਾਨ ਵਿੱਚ ਸਰਕਾਰ ਵਿਰੁੱਧ ਹਿੰਸਕ ਵਿਰੋਧ ਪ੍ਰਦਰਸ਼ਨ ਲਗਾਤਾਰ ਤੇਜ਼ ਹੋ ਰਹੇ ਹਨ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਕਾਰਨ ਹੁਣ ਤੱਕ 648 ਲੋਕਾਂ ਦੀ ਮੌਤ ਹੋ ਚੁੱਕੀ ਹੈ। ਈਰਾਨੀ ਸਰਕਾਰ ਨੇ 10,000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ। ਸੰਯੁਕਤ ਰਾਜ ਅਮਰੀਕਾ ਈਰਾਨ ਦੀਆਂ ਕਾਰਵਾਈਆਂ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵਾਈਟ ਹਾਊਸ ਨੇ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ
ईरान ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਜਵਾਬ ਵਿੱਚ ਹਵਾਈ ਹਮਲੇ ਸਮੇਤ ਫੌਜੀ ਵਿਕਲਪਾਂ ਤੇ ਵਿਚਾਰ ਕਰ ਰਹੇ ਹਨ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਸੋਮਵਾਰ 12 ਜਨਵਰੀ ਨੂੰ ਕਿਹਾ, ਰਾਸ਼ਟਰਪਤੀ ਟਰੰਪ ਦੇ ਗੁਣਾਂ ਵਿੱਚੋਂ ਇੱਕ ਇਹ ਹੈ, ਯਾਨੀ ਕਿ ਉਹਨਾਂ ਦੇ ਸਾਰੇ ਗੁਣਾਂ ਵਿੱਚੋਂ ਇੱਕ ਇਹ ਗੁਣ ਹੈ ਕਿ ਉਹ ਹਮੇਸ਼ਾ ਆਪਣੇ ਸਾਰੇ ਵਿਕਲਪ ਖੁੱਲੇ ਰੱਖਦੇ ਹਨ। ਹਵਾਈ ਹਮਲੇ ਉਹਨਾਂ ਵਿਕਲਪਾਂ ਵਿੱਚੋਂ ਇੱਕ ਹਨ ਜਿਨ੍ਹਾਂ ਤੇ ਰਾਸ਼ਟਰਪਤੀ ਵਿਚਾਰ ਕਰ ਰਹੇ ਹਨ। ਲੈਵਿਟ ਨੇ ਅੱਗੇ ਵੀ ਕਿਹਾ, ਡੋਨਾਲਡ ਟਰੰਪ ਲਈ ਕੂਟਨੀਤੀ ਹਮੇਸ਼ਾ ਪਹਿਲਾ ਵਿਕਲਪ ਹੁੰਦੀ ਹੈ। ਉਹਨਾਂ ਨੇ ਅੱਗੇ ਦੱਸਿਆ, ਰਾਸ਼ਟਰਪਤੀ ਟਰੰਪ ਜਦੋਂ ਜ਼ਰੂਰੀ ਸਮਝਦੇ ਹਨ ਤਾਂ ਫੌਜੀ ਵਿਕਲਪਾਂ ਦੀ ਵਰਤੋਂ ਕਰਨ ਤੋਂ ਨਹੀਂ ਡਰਦੇ ਅਤੇ ਇਹ ਈਰਾਨ ਤੋਂ ਬਿਹਤਰ ਕੋਈ ਨਹੀਂ ਜਾਣਦਾ। ਡੋਨਾਲਡ ਟਰੰਪ ਨੇ ਵੀ ਕਈ ਵਾਰ ਕਿਹਾ ਹੈ ਕਿ ਜੇਕਰ ਈਰਾਨੀ ਸਰਕਾਰ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਤਾਂ ਸੰਯੁਕਤ ਰਾਜ ਅਮਰੀਕਾ ਜ਼ਰੂਰ ਦਖਲ ਦੇਵੇਗਾ। ਈਰਾਨ ਵਿੱਚ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦਸੰਬਰ 2025 ਤੋਂ ਜਾਰੀ ਹਨ। ਇਹ ਵਿਰੋਧ ਪ੍ਰਦਰਸ਼ਨ ਵਿਗੜਦੀ ਆਰਥਿਕ ਸਥਿਤੀ ਕਾਰਨ ਸ਼ੁਰੂ ਹੋਏ ਸਨ। ਤਹਿਰਾਨ ਦੇ ਗ੍ਰੈਂਡ ਬਾਜ਼ਾਰ ਤੋਂ ਸ਼ੁਰੂ ਹੋਏ ਇਹ ਵਿਰੋਧ ਪ੍ਰਦਰਸ਼ਨ ਹੁਣ 31 ਸੂਬਿਆਂ ਵਿੱਚ ਫੈਲ ਗਏ ਹਨ। ਈਰਾਨ ਵਿੱਚ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ ਹਨ, ਲਗਾਤਾਰ ਈਰਾਨ ਦੀ ਇਸਲਾਮੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ। ਟੋਰਾਂਟੋ ਵਿਖੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਹਿੰਸਕ ਰੂਪ ਅਖਤਿਆਰ ਕਰ ਗਈ ਅਤੇ ਮੁਜ਼ਾਹਰਕਾਰੀਆਂ ਨੇ ਪੁਲਿਸ ਵਾਲਿਆਂ ਤੇ ਆਂਡਿਆਂ ਦਾ ਮੀਂਹ ਵਰਾ ਦਿੱਤਾ। ਸਿਰਫ ਇੱਥੇ ਹੀ ਬਸ ਨਹੀਂ, ਪਿਸ਼ਾਬ ਦੇ ਨਾਲ ਭਰੇ ਲਿਫਾਫੇ ਪੁਲਿਸ ਵਾਲਿਆਂ ਤੇ ਸੁੱਟੇ ਗਏ ਅਤੇ ਵਰਤੇ ਹੋਏ ਟਾਇਲਟ ਪੇਪਰ ਵੀ ਸੁੱਟੇ ਜਾਣ ਦੀ ਰਿਪੋਰਟ ਹੈ। ਟੋਰਾਂਟੋ ਪੁਲਿਸ ਐਸੋਸੀਏਸ਼ਨ ਨੇ ਦੋਸ਼ ਲਗਾਇਆ ਕਿ ਇੱਕ ਅਫਸਰ ਦੀ ਮੁਜ਼ਾਹਰਕਾਰੀਆਂ ਨੇ ਕੁੱਟਮਾਰ ਵੀ ਕੀਤੀ, ਜਿਸ ਮਗਰੋਂ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਸੱਦੇ ਗਏ ਅਤੇ ਘੱਟੋ-ਘੱਟ 8 ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਕੁਝ ਮੀਡੀਆ ਰਿਪੋਰਟਾਂ ਵਿੱਚ 3 ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਦਾ ਜ਼ਿਕਰ ਕੀਤਾ ਗਿਆ। ਟੋਰਾਂਟੋ ਪੁਲਿਸ ਮੁਤਾਬਕ ਸਿਟੀ ਹਾਲ ਦੇ ਬਾਹਰ ਕੈਨੇਡਾ ਫਸਟ ਰੈਲੀ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦਾ ਵਿਰੋਧ ਕਰਨ ਇਮੀਗ੍ਰੇਸ਼ਨ ਹਮਾਇਤੀ ਪੁੱਜ ਗਏ। ਕੈਨੇਡਾ ਫਸਟ ਜਥੇਬੰਦੀ ਵੱਲੋਂ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਸੱਦਣ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਦਕਿ ਇਮੀਗ੍ਰੇਸ਼ਨ ਹਮਾਇਤੀਆਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਵਾਜਬ ਠਹਿਰਾਇਆ। ਦੂਜੇ ਪਾਸੇ ਇਮੀਗ੍ਰੇਸ਼ਨ ਹਮਾਇਤੀਆਂ ਦੇ ਇਕੱਠ ਵਿੱਚ ਟੋਰਾਂਟੋ ਦੇ ਯੋਰਕ ਰੀਜਨ ਦੀ ਲੇਬਰ ਕੌਂਸਲ, ਅਰਬਨ ਅਲਾਈਅੰਸ ਔਨ ਰੇਲ ਰਿਲੇਸ਼ਨਸ ਅਤੇ ਟੋਰਾਂਟੋ ਦੇ ਕੁਝ ਕੌਂਸਲਰ ਸ਼ਾਮਲ ਹੋਏ। ਇਹਨਾਂ ਜਥੇਬੰਦੀਆਂ ਨੇ ਕਿਹਾ ਕਿ ਨਸਲਵਾਦ ਅਤੇ ਵਿਤਕਰੇ ਵਿਰੁੱਧ ਆਵਾਜ਼ ਉਠਾਉਣ ਦਾ ਕੋਈ ਮੌਕਾ ਖੁੰਝਿਆ ਨਹੀਂ ਜਾਵੇਗਾ। ਚੇਤੇ ਰਹੇ ਕਿ ਕੈਨੇਡਾ ਫਸਟ ਰੈਲੀ ਪਿਛਲੇ ਸਾਲ ਸਤੰਬਰ ਵਿੱਚ ਵੀ ਕੀਤੀ ਗਈ, ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਤਰ ਹੋਏ ਅਤੇ ਉਸ ਵੇਲੇ ਵੀ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਜ਼ਾ ਰੈਲੀ ਦੌਰਾਨ ਗ੍ਰਿਫਤਾਰ ਕੀਤੇ 8 ਜਣਿਆਂ ਦੀ ਉਮਰ 23 ਸਾਲ ਤੋਂ 50 ਸਾਲ ਦਰਮਿਆਨ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿਰੁੱਧ ਧਮਾਕੇ ਸਮੱਗਰੀ ਸੁੱਟਣ, ਹਮਲਾ ਕਰਨ, ਗੈਰ ਕਾਨੂੰਨੀ ਇਕੱਠ ਵਿੱਚ ਸ਼ਾਮਲ ਹੋਣ ਅਤੇ ਪੁਲਿਸ ਦੇ ਕੰਮ ਵਿੱਚ ਅੜਿੱਕੇ ਢਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਇੱਥੇ ਦੱਸਣਾ ਬਣਦਾ ਹੈ ਕਿ ਮੁੱਢਲੇ ਤੌਰ ਤੇ ਪੁਲਿਸ ਵੱਲੋਂ 11 ਮੁਜ਼ਾਹਰਕਾਰੀਆਂ ਦੀ ਗ੍ਰਿਫਤਾਰੀ ਦਾ ਜ਼ਿਕਰ ਕੀਤਾ ਗਿਆ, ਪਰ ਬਾਅਦ ਵਿੱਚ ਗਿਣਤੀ ਵਿੱਚ ਸੋਧ ਕਰਦਿਆਂ 8 ਜਣੇ ਹਿਰਾਸਤ ਵਿੱਚ ਦੱਸੇ ਗਏ, ਜਿਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਅਸਲ ਵਿੱਚ ਝਗੜੇ ਦੀ ਸ਼ੁਰੂਆਤ ਵਿਖਾਵਾਕਾਰੀਆਂ ਦਰਮਿਆਨ ਆਪਸੀ ਖਹਿਬਾਜ਼ੀ ਤੋਂ ਹੋਈ। ਉਹਨਾਂ ਨੇ ਇੱਕ ਦੂਜੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਾਲਾਤ ਬੇਕਾਬੂ ਹੁੰਦੇ ਦੇਖ ਪੁਲਿਸ ਵਾਲੇ ਆਏ ਤਾਂ ਉਹਨਾਂ ਨੂੰ ਵੀ ਘੜੀਸ ਲਿਆ ਗਿਆ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਸਾਡੇ ਚੈਨਲ ਪੰਜਾਬ ਮਿਲ ਯੂਐਸ ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।